ਵਾਹਿਗੁਰੂ। ਸਤਿਨਾਮ। ਵਾਹਿਗੁਰੂ ਸਾਹਿਬ ਜੀਓ। ਸੋ ਕਿਛ ਕਰ ਜਿਤ ਮੈਲ ਨ ਲਾਗੈ, ਹਰ ਕੀਰਤਨ ਮਹਿ ਏ ਮਨ ਜਾਗੈ। ਹਰ ਕੀਰਤਨ ਮੈਂ ਏ ਮਨ ਜਾਗੈ। ਫਰੀਦਾ ਜਿਨੀ ਕੰਮੀ ਨਾਹੀ ਗੁਣ, ਸੇ ਕਮੜੇ ਵਿਸਾਰ। ਮਤ ਸ਼ਰਮਿੰਦਾ ਥੀ ਵਹੀ, ਸਾਈਂ ਦੈ ਦਰਬਾਰ। ਮਤ ਸ਼ਰਮਿੰਦਾ ਥੀ ਵਹੀ, ਸਾਈਂ ਦੈ ਦਰਬਾਰ। ਕਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਣ ਸਭੇ ਰੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਣ ਸਭੇ ਰੋਗ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਸਾਰੀ ਕਾਇਨਾਤ ਦੇ ਰਹਿਬਰ, ਸੁੱਖਾਂ ਦੇ ਸਾਗਰ, ਪਰਮ ਕਿਰਪਾਲੂ ਪਾਤਸ਼ਾਹ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਸਾਜੀ ਨਿਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਮਹਿਰਾਮਤ ਸਦਕਾ ਪਾਵਨ ਹਜ਼ੂਰੀ ਦੇ ਵਿੱਚ ਸੱਜ ਕੇ ਧੁਰ ਕੀ ਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਆਓ ਗੁਰੂ ਸਵਾਰਿਓ, ਜਿੱਥੇ ਬੜੇ ਅਦਬ ਦੇ ਨਾਲ ਕੀਰਤਨ ਵਿੱਚ ਹਾਜ਼ਰੀ ਭਰੀ ਹੈ, ਉੱਥੇ ਅੱਜ ਜੋ ਨਵਾਂ ਮਹੀਨਾ ਦੇਸੀ ਮਹੀਨਿਆਂ ਦੇ ਅਕੋਰਡਿੰਗਲੀ ਸਟਾਰਟ ਹੋ ਰਿਹਾ ਹੈ, ਇਸ ਮਹੀਨੇ ਦੇ ਸੰਬੰਧ ਵਿੱਚ ਵੀ ਸਤਿਗੁਰਾਂ ਨੇ ਰਹਿਮਤ ਬਖਸ਼ਿਸ਼ ਕਰਦਿਆਂ ਹੋਇਆਂ ਪਾਵਨ ਉਪਦੇਸ਼ ਸਾਡੀ ਝੋਲੀ ਦੇ ਵਿੱਚ ਪਾਇਆ ਹੈ। 12ਵਾਂ ਬਾਣੀ ਪੜ੍ਹੋ। ਇਸ ਬਾਣੀ ਦੇ ਵਿੱਚ ਸਤਿਗੁਰਾਂ ਨੇ 12 ਮਹੀਨਿਆਂ ਦਾ ਜ਼ਿਕਰ ਕੀਤਾ ਹੈ ਕਿ ਹਰ ਇੱਕ ਮਹੀਨੇ ਦੇ ਰਾਹੀਂ ਇਨਸਾਨ ਆਪਣੇ ਅੰਦਰ ਕਿਵੇਂ ਚੇਂਜ ਲਿਆ ਸਕਦਾ ਹੈ। ਤੇ ਜੋ ਅੱਜ ਮਹੀਨਾ ਆਰੰਭ ਹੋ ਰਿਹਾ ਹੈ ਕੱਤਕ ਦਾ, ਤੇ ਇਸ ਕੱਤਕ ਦੇ ਮਹੀਨੇ ਦੇ ਰਾਹੀਂ ਸਤਿਗੁਰੂ ਜੀ ਉਪਦੇਸ਼ ਦਿੰਦੇ ਨੇ, ਕਹਿੰਦੇ ਕੱਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਣ ਸਭੇ ਰੋਗ। ਕੱਤਕ ਦਾ ਮਹੀਨਾ, ਸਤਿਗੁਰੂ ਜੀ ਕਹਿੰਦੇ ਹੁਣ ਜੇਕਰ ਤੇਰੇ ਜੀਵਨ ਦੇ ਵਿੱਚ ਕੁਝ ਤੈਨੂੰ ਦੁੱਖ ਆ ਰਹੇ ਨੇ, ਇਹਨਾਂ ਦੁੱਖਾਂ ਦਾ, ਇਹਨਾਂ ਪ੍ਰੋਬਲਮਸ ਦਾ ਦੋਸ਼ ਕਿਸੇ ਦੂਜੇ ਨੂੰ ਨਾ ਦੇ। ਨਾਲ ਹੀ ਕਹਿ ਦਿੱਤਾ ਕਿ ਜਦੋਂ ਰੱਬ ਭੁੱਲ ਜਾਂਦਾ ਹੈ, ਰੱਬ ਨੂੰ ਭੁੱਲਣ ਦੇ ਨਾਲ ਕੀ ਹੁੰਦਾ ਹੈ ਕਿ ਵਿਆਪਣ ਸਭੇ ਰੋਗ, ਸਾਰੇ ਹੀ ਜੀਵਨ ਦੇ ਵਿੱਚ ਦੁੱਖ ਆ ਜਾਂਦੇ ਨੇ, ਮੁਸ਼ਕਲਾਵਾਂ ਆ ਜਾਂਦੀਆਂ ਨੇ, ਇਨਸਾਨ ਦੀ ਜ਼ਿੰਦਗੀ ਇੱਕ ਪ੍ਰਕਾਰ ਦੇ ਨਾਲ ਨਰਕ ਬਣ ਜਾਂਦੀ ਹੈ। ਸਤਿਗੁਰੂ ਜੀ ਕੀ ਉਪਦੇਸ਼ ਬਖਸ਼ਿਸ਼ ਕਰਦੇ ਨੇ ਇਹਨਾਂ ਪਾਵਨ ਬਚਨਾਂ ਦੇ ਵਿੱਚ, ਇਹੀ ਵਿਚਾਰ ਆਪ ਸਰਬੱਤ ਸੰਗਤ ਨਾਲ ਸਾਂਝੇ ਕਰਨੇ ਨੇ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਓ ਸਾਰੇ ਹੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦਿਆਂ ਹੋਇਆਂ
ਦਸਮ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਸਾਰੇ ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਪਰਮਾਤਮਾ ਦੇ ਦੁਆਰਾ ਬਣਾਏ ਹੋਏ ਕਾਨੂੰਨ ਬੜੇ ਕਮਾਲ ਦੇ ਨੇ। ਜਿਹੜੇ ਉਸ ਮਾਲਕ ਨੇ ਲਾਅ ਬਣਾਏ ਹੋਏ ਨੇ ਨਾ, ਬਹੁਤ ਕਮਾਲ ਦੇ ਨੇ। ਉਹਨਾਂ ਦੇ ਵਿੱਚ ਕਮੀ ਕੋਈ ਨਹੀਂ ਹੈ, ਪਰਫੈਕਟ ਨੇ। ਇਹਨੂੰ ਆਪਾਂ ਲਾਅ ਆਫ ਨੇਚਰ ਵੀ ਕਹਿ ਲਈਏ ਚਾਹੇ। ਗੱਲ ਕੀ ਹੈ ਕਿ ਜੋ ਵੀ ਤੁਸੀਂ ਨੇਚਰ ਨੂੰ ਦਿੰਦੇ ਹੋ ਉਹ ਤੁਹਾਨੂੰ ਵਾਪਸ ਮਿਲਦਾ ਹੈ। ਪਰਮਾਤਮਾ ਦਾ ਜਿਹੜਾ ਬਹੁਤ ਵੱਡਾ ਗੁਣ ਹੈ ਨਾ, ਉਹ ਦਾਤਾ ਹੈ, ਉਹ ਦਿੰਦਾ ਹੈ, ਲੈਂਦਾ ਮੰਗਦਾ ਕੁਝ ਨਹੀਂ ਜੇ ਸਾਡੇ ਕੋਲੋਂ। ਨਾ ਉਹਨੇ ਅੱਜ ਤੱਕ ਮੰਗਿਆ। ਜੇ ਕਿਤੇ ਉਹ ਮੰਗਣ ਤੇ ਆ ਜਾਵੇ ਨਾ ਸਾਧ ਸੰਗਤ, ਸਾਡੀ ਔਕਾਤ ਨਹੀਂ ਕਿ ਉਹਨੂੰ ਕੁਝ ਦੇ ਸਕੀਏ। ਮਾਫ ਕਰਨਾ ਸੀ ਤੇ ਥੋੜ੍ਹਾ ਜਿਹਾ ਦੇ ਕੇ ਵੀ ਆਪਣਾ ਨਾਮ ਜਤਾਉਂਦੇ ਆ, ਪਰ ਉਹ ਮਾਲਕ ਜੇਕਰ ਮੰਗਣ ਤੇ ਆਵੇ, ਉਹਦੀ ਇਹ ਇੰਟੈਂਸ਼ਨ ਨਹੀਂ ਹੈ ਮੰਗਣ ਵਾਲੀ। ਉਹਦਾ ਸੁਭਾਅ ਦੇਣਾ ਹੈ, ਦਿੰਦਾ ਹੈ, ਦੇਈ ਜਾ ਰਿਹਾ ਹੈ। ਜਦੋਂ ਦੀ ਇਹ ਕ੍ਰੀਏਸ਼ਨ ਉਸਨੇ ਕ੍ਰੀਏਟ ਕੀਤੀ ਨਾ, ਦੇਈ ਜਾ ਰਿਹਾ ਹੈ। ਤੇ ਭੰਡਾਰੇ ਉਹਦੇ ਭਰੇ ਪਏ ਨੇ, ਮੁੱਕਣ ਵਾਲੇ ਨਹੀਂ ਹੈ। ਉਹਨੇ ਦੇਈ ਜਾਣਾ ਹੈ ਜਦੋਂ ਤੱਕ ਇਹ ਸੰਸਾਰ ਹੈ। ਤੇ ਉਹ ਜਿਹੜਾ ਦੇਣ ਦਾ ਸੁਭਾਅ ਹੈ ਨਾ ਪਰਮਾਤਮਾ ਦਾ, ਰੱਖਦਾ ਆਪਣੇ ਕੋਲ ਕੁਝ ਨਹੀਂ। ਉਹਦਾ ਬਣਾਇਆ ਹੋਇਆ ਕਾਨੂੰਨ ਵੀ ਐਸਾ ਹੈ, ਕੁਦਰਤ ਦਾ ਨਿਯਮ ਵੀ ਪਰਮਾਤਮਾ ਨੇ ਐਸਾ ਹੀ ਬਣਾ ਦਿੱਤਾ ਹੈ। ਜੋ ਤੁਸੀਂ ਕੁਦਰਤ ਨੂੰ ਦਿਓਗੇ ਉਹ ਤੁਹਾਨੂੰ ਵਾਪਸ ਮਿਲੇਗਾ। ਰੱਖੇਗਾ ਨਹੀਂ ਉਹ ਕੁਝ ਵੀ। ਕੁਦਰਤ ਆਪਣੇ ਕੋਲ ਨਹੀਂ ਜੇ ਕੁਝ ਵੀ ਰੱਖਦੀ। ਇੱਕ ਛੋਟਾ ਜਿਹਾ ਬੀਜ ਤੁਸੀਂ ਜ਼ਮੀਨ ਦੇ ਵਿੱਚ ਬੀਜ ਦਿਓ। ਇੱਦਾਂ ਕਹਿ ਲਈਏ ਕਿ ਆਪਾਂ ਜ਼ਮੀਨ ਨੂੰ ਇੱਕ ਬੀਜ ਦਿੱਤਾ ਹੈ, ਸੀਡ। ਇੱਕ ਛੋਟਾ ਜਿਹਾ ਸੀਡ ਜ਼ਮੀਨ ਨੂੰ ਦਿੱਤਾ ਹੈ, ਤੇ ਕੀ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਬੀਜ ਉਸ ਜ਼ਮੀਨ ਨੇ ਆਪਣੇ ਕੋਲ ਰੱਖ ਲਿਆ ਹੈ? ਨਹੀਂ। ਉਹ ਉਸ ਇੱਕ ਛੋਟੇ ਜਿਹੇ ਬੀਜ ਦੇ ਬਦਲੇ ਸਾਨੂੰ ਉਸਨੇ ਇੱਕ ਬੜਾ ਵੱਡਾ ਦਰਖਤ ਦੇ ਦਿੱਤਾ ਹੈ। ਤੇ ਜੇ ਤਾਂ ਉਹ ਦਰਖਤ ਫਲ ਵਾਲਾ ਹੈ ਤੇ ਫਿਰ ਉਸ ਨੂੰ ਫਲ ਲੱਗਣਗੇ। ਉਹ ਫਲ ਕਿਹਨੇ ਖਾਣੇ ਨੇ? ਕਿਹਦੇ ਵਾਸਤੇ ਨੇ ਉਹ ਫਲ? ਦਰਖਤ ਨੇ ਆਪ ਥੋੜੀ ਨਾ ਖਾਣੇ ਹੈ, ਸਾਡੇ ਵਾਸਤੇ ਨੇ। ਉਹ ਸਾਨੂੰ ਦਿੱਤੇ ਨੇ। ਇੱਕ ਛੋਟਾ ਜਿਹਾ ਬੀਜ ਅਸੀਂ ਜ਼ਮੀਨ ਦੇ ਵਿੱਚ ਬੀਜ ਦਿੱਤਾ, ਉਹਦੇ ਬਦਲੇ ਅਣਗਿਣਤ ਫਲ ਉਸਨੇ ਸਾਡੀ ਝੋਲੀ ਦੇ ਵਿੱਚ ਪਾ ਦਿੱਤੇ ਨੇ। ਕੋਈ ਵੀ ਵਸਤੂ ਤੁਸੀਂ ਕੁਦਰਤ ਨੂੰ ਦੇ ਕੇ ਦੇਖੋ। ਉਹ ਅੱਜ ਕੱਲ੍ਹ ਨਾ ਬੜਾ ਸਕੈਮ ਬੜਾ ਚੱਲਦਾ ਨਾ, ਕਹਿੰਦੇ ਇੰਨੇ ਪੈਸੇ ਦਾ ਤੁਹਾਨੂੰ ਇੰਨੇ ਸਮੇਂ 'ਚ ਡਬਲ ਕਰਕੇ ਦੇ ਦੇਵਾਂਗੇ। ਡਬਲ ਤਾਂ ਕੀ ਕਰਨੇ, ਜਿਹੜੇ ਦਿੱਤੇ ਹੁੰਦੇ ਨੇ ਉਹ ਵੀ ਚਲੇ ਜਾਂਦੇ ਨੇ। ਪਰ ਕੁਦਰਤ ਐਸਾ ਨਹੀਂ ਜੇ ਕਰਦੀ। ਕੁਦਰਤ ਨੂੰ ਤੁਸੀਂ ਥੋੜ੍ਹਾ ਦਿਓ, ਉਹ ਕਈ ਗੁਣਾ ਵਧਾ ਕੇ ਤੁਹਾਨੂੰ ਦਿੰਦੀ ਹੈ। ਨੇਚਰ ਦਾ ਸੁਭਾਅ ਪਰਮਾਤਮਾ ਨੇ ਐਸਾ ਬਣਾ ਦਿੱਤਾ। ਇਹਨੂੰ ਲਾਅ ਆਫ ਨੇਚਰ ਕਹਿੰਦੇ ਨੇ ਨਾ ਜੀ, ਕਿ ਜੋ ਕੁਝ ਕੁਦਰਤ ਨੂੰ ਤੁਸੀਂ ਦਿਓਗੇ ਤੁਹਾਨੂੰ ਉਹ ਵਾਪਸ ਮਿਲੇਗਾ, ਤੇ ਮਿਲੇਗਾ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ। ਉਹ ਕੁਝ ਤੁਹਾਨੂੰ ਮਿਲ ਜਾਏਗਾ ਜਿਹੜਾ ਤੁਸੀਂ ਕਦੇ ਸੋਚਿਆ ਵੀ ਨਾ ਹੋਵੇ। ਇੱਕ ਬੱਚਾ ਛੋਟਾ ਜਿਹਾ ਫਲ ਤੋੜਨ ਵਾਸਤੇ ਦਰਖਤ ਨੂੰ ਪੱਥਰ ਮਾਰਦਾ ਹੈ ਨਾ ਜੀ। ਤੇ ਜਦੋਂ ਦਰਖਤ ਨੂੰ ਪੱਥਰ ਮਾਰਿਆ ਤੇ ਦਰਖਤ ਨੇ ਬਦਲੇ ਵਿੱਚ ਉਸ ਨੂੰ ਪੱਥਰ ਥੋੜੀ ਨਾ ਮਾਰਿਆ ਹੈ। ਹਾਲਾਂਕਿ ਬੱਚੇ ਨੇ ਪੱਥਰ ਮਾਰਿਆ ਹੈ, ਪਰ ਦਰਖਤ ਨੇ ਪੱਥਰ ਥੋੜੀ ਨਾ ਮਾਰਿਆ। ਦਰਖਤ ਨੇ ਕੀ ਕੀਤਾ ਹੈ? ਉਹਨੇ ਫਲ ਦੇ ਦਿੱਤਾ ਬੱਚੇ ਨੂੰ ਖਾਣ ਵਾਸਤੇ। ਅਸੀਂ ਕੀ ਕਰਦੇ ਹਾਂ? ਅਸੀਂ ਕੁਦਰਤ ਨੂੰ ਪੱਥਰ ਹੀ ਤਾਂ ਮਾਰਦੇ ਪਏ ਹਾਂ ਸਾਧ ਸੰਗਤ, ਪਰ ਫਿਰ ਵੀ ਸਾਨੂੰ ਫਲ ਹੀ ਮਿਲਦਾ ਪਿਆ ਜੀ। ਪਾਣੀ ਅਸੀਂ ਬਰਬਾਦ ਕਰ ਦਿੱਤਾ ਜੀ, ਪੋਲੂਟਡ ਕਰ ਦਿੱਤਾ। ਹਵਾ ਨੂੰ ਅਸੀਂ ਪ੍ਰਦੂਸ਼ਿਤ ਕਰਦੇ ਪਏ ਹਾਂ। ਗਲੋਬਲ ਵਾਰਮਿੰਗ ਹੁੰਦੀ ਪਈ ਹੈ ਜੀ। ਸਭ ਕੁਝ ਤਾਂ ਇਹੀ ਕਰਦੇ, ਬੇੜਾ ਗਰਕ ਕਰਦੇ ਪਏ ਹਾਂ ਜੀ ਕੁਦਰਤ ਦਾ। ਪਰ ਫਿਰ ਵੀ ਕੁਦਰਤ ਸਾਨੂੰ ਜੀਵਨ ਦੇ ਰਹੀ ਹੈ। ਇਹ ਕੁਦਰਤ ਦਾ ਸੁਭਾਅ ਹੈ। ਤੇ ਖਿਆਲ ਕਰਿਓ, ਜਿੱਥੇ ਪਰਮਾਤਮਾ ਨੇ ਕੁਦਰਤ ਨੂੰ ਇਹ ਸੁਭਾਅ ਦਿੱਤਾ ਹੈ ਨਾ, ਨੇਚਰ ਦਿੱਤਾ ਹੈ ਕੁਦਰਤ ਦਾ ਬੜਾ ਪਿਆਰਾ, ਉੱਥੇ ਸਾਡੇ ਸੰਬੰਧ ਦੇ ਵਿੱਚ ਵੀ ਇੱਕ ਗੱਲ ਯਾਦ ਰੱਖਣ ਵਾਲੀ ਹੈ ਸਾਧ ਸੰਗਤ। ਜਿਵੇਂ ਜ਼ਮੀਨ ਦੇ ਵਿੱਚ ਬੀਜਿਆ ਹੋਇਆ ਸਾਨੂੰ ਹੀ ਵਾਪਸ ਮਿਲਦਾ। ਇੱਕ ਸਰਕਲ ਚੱਲਦਾ ਹੈ। ਜੋ ਜ਼ਮੀਨ ਦੇ ਵਿੱਚੋਂ ਨਿਕਲਿਆ ਹੈ ਉਹ ਵਾਪਸ ਜ਼ਮੀਨ ਦੇ ਵਿੱਚ ਜਾਏਗਾ। ਗੁਰੂ ਨਾਨਕ ਸਾਹਿਬ ਦਾ ਬਚਨ ਤੁਸੀਂ ਰੋਜ਼ਾਨਾ ਹੀ ਪੜ੍ਹਦੇ ਹੋ। ਜਪਜੀ ਸਾਹਿਬ ਦੇ ਵਿੱਚ 3 ਪੌੜੀ ਪੜ੍ਹ ਕੇ ਦੇਖਿਓ, 3rd ਪੌੜੀ ਆਫ ਜਪਜੀ ਸਾਹਿਬ ਪੜ੍ਹ ਕੇ ਦੇਖਿਓ। ਉਹਦੇ ਵਿੱਚ ਇੱਕ ਪੰਕਤੀ ਆਏਗੀ, ਉਹਦੇ ਉੱਤੇ ਖਾਸ ਧਿਆਨ ਦੇ ਕੇ ਦੇਖਿਓ। ਕਿਤੇ ਜਦੋਂ ਬਾਣੀ ਪੜ੍ਹਦੇ ਹੁੰਦੇ ਆ ਨਾ, ਕਿਤੇ ਥੋੜ੍ਹਾ ਜਿਹਾ ਆਪਣੇ ਮਾਈਂਡ ਨੂੰ ਉੱਥੇ ਪ੍ਰੈਜ਼ੈਂਟ ਕਰਕੇ ਤੇ ਵਿਚਾਰਨ ਦੀ ਕੋਸ਼ਿਸ਼ ਕਰਿਆ ਕਰੀਏ। ਨਾਲ ਨਾਲ ਥੋੜ੍ਹਾ ਜਿਹਾ ਉੱਥੇ ਕੀ ਕਹਿੰਦੇ ਹੁੰਦੇ ਨੇ ਜੀ, ਇਕਾਗਰ ਹੋ ਕੇ। ਗੁਰੂ ਨਾਨਕ ਸਾਹਿਬ ਕਹਿੰਦੇ, ਗਾਵੈ ਕੋ ਜੀ ਲੈ ਫਿਰ ਦੇ। ਕਹਿੰਦੇ ਮਾਲਕ ਨੂੰ ਗਾਉਂਦੇ ਪਏ ਨੇ ਲੋਕ। ਕਿਉਂ ਗਾਉਂਦੇ ਨੇ? ਜਿਨ੍ਹਾਂ ਨੂੰ ਸਮਝ ਪਈ। ਇੱਥੇ ਇੱਕ ਨਾ ਬਾਬਾ ਫਰੀਦ ਜੀ ਦਾ ਮੈਂ ਬਚਨ ਤੁਹਾਡੇ ਨਾਲ ਸਾਂਝਾ ਕਰਾਂ। ਬਾਬਾ ਫਰੀਦ ਜੀ ਕਹਿੰਦੇ ਕਿ
ਫਰੀਦਾ ਮੌਤੈ ਦਾ ਬੰਨਾ ਇਵੇਂ ਦਿਸੈ ਜਿਉਂ ਦਰਿਆਵੈ ਢਾਹਾ। ਅੱਗੇ ਦੋਜਕ ਤਪਿਆ ਸੁਣੀਐ ਹੂਲ ਪਵੈ ਕਹਾਹਾ। ਇਕ ਨਾ ਨੋ ਸਭ ਸੋਝੀ ਆਈ। ਆ ਬਚਨ, ਇਕ ਨਾ ਨੋ ਸਭ ਸੋਝੀ ਆਈ। ਜਿਨ੍ਹਾਂ ਨੂੰ ਸੋਝੀ ਆਈ ਨਾ, ਜਿਨ੍ਹਾਂ ਨੂੰ ਸਮਝ ਪਈ। ਸੋਝੀ ਦਾ ਮਤਲਬ ਹੈ ਕਿ ਅੰਡਰਸਟੈਂਡਿੰਗ ਹੋ ਜਾਣੀ, ਸਮਝ ਪੈ ਜਾਣੀ, ਕੁਝ ਪਤਾ ਲੱਗ ਜਾਣਾ। ਜਿਨ੍ਹਾਂ ਨੂੰ ਕੁਝ ਪਤਾ ਲੱਗ ਗਿਆ ਨਾ ਨੇਚਰ ਦੇ ਸੰਬੰਧ ਵਿੱਚ, ਪਰਮਾਤਮਾ ਦੇ ਸੰਬੰਧ ਵਿੱਚ, ਉਹਨਾਂ ਨੇ ਫਿਰ ਉਸ ਨੂੰ ਗਾਵੇ ਕੁਛ ਜੀ ਲੈ ਫਿਰਦੇ, ਉਹਨੂੰ ਗਾਉਣਾ ਸ਼ੁਰੂ ਕੀਤਾ। ਤੇ ਕਈਆਂ ਦਾ ਮਾਲਕ ਨੂੰ ਗਾਉਣਾ ਇਸ ਕਰਕੇ ਸੀ ਕਿ ਪਰਮਾਤਮਾ ਇਨਸਾਨਾਂ ਨੂੰ ਜੀਵਨ ਦਿੰਦਾ ਹੈ ਤੇ ਜੀਵਨ ਲੈ ਲੈਂਦਾ ਹੈ। ਲਾਈਫ ਦਿੰਦਾ ਹੈ ਤੇ ਲਾਈਫ ਵਾਪਸ ਲੈ ਲੈਂਦਾ ਹੈ। ਇਹ ਸਰਕਲ ਹੈ ਜੀ ਪਰਮਾਤਮਾ ਦਾ, ਇਹਨੂੰ ਕੋਈ ਰੋਕ ਨਹੀਂ ਸਕਦਾ। ਜੇ ਉਸਨੇ ਸਾਨੂੰ ਜੀਵਨ ਦਿੱਤਾ ਹੋਇਆ ਹੈ ਤੇ ਉਹਨੇ ਇਹ ਜੀਵਨ ਸਾਡੇ ਕੋਲੋਂ ਲੈ ਵੀ ਲੈਣਾ ਹੈ ਜਦੋਂ ਉਹਦਾ ਹੁਕਮ ਆ ਗਿਆ। ਜਨਮ ਹੈ, ਮੌਤ ਵੀ ਜ਼ਰੂਰ ਹੋਏਗੀ। ਜੋ ਕੁਝ ਜ਼ਮੀਨ ਦੇ ਵਿੱਚੋਂ ਨਿਕਲਦਾ ਪਿਆ ਹੈ ਉਹ ਵਾਪਸ ਜ਼ਮੀਨ ਦੇ ਵਿੱਚ ਹੀ ਜਾਏਗਾ। ਖਿਆਲ ਕਰਿਓ, ਖੁਰਾਕ ਜਿਹੜੀ ਹੈ, ਅਨਾਜ ਜਿਹੜਾ ਹੈ, ਉਹ ਜ਼ਮੀਨ ਦੇ ਵਿੱਚੋਂ ਨਿਕਲਦਾ ਪਿਆ ਹੈ, ਅਸੀਂ ਉਹਨੂੰ ਯੂਜ਼ ਕਰਦੇ ਹਾਂ। ਤੇ ਇਹਦਾ ਮਤਲਬ ਇਹ ਥੋੜ੍ਹੀ ਨਾ ਕਿ ਅਨਾਜ ਜ਼ਮੀਨ ਨੇ ਪੈਦਾ ਕੀਤਾ, ਅਸੀਂ ਉਹਨੂੰ ਯੂਜ਼ ਕਰ ਲਿਆ, ਖਾ ਲਿਆ ਤੇ ਗੱਲ ਖਤਮ ਹੋ ਗਈ। ਨਹੀਂ, ਗੱਲ ਇੱਥੇ ਹੀ ਖਤਮ ਨਹੀਂ ਹੁੰਦੀ। ਬੜਾ ਲੰਬਾ ਸਰਕਲ ਹੈ ਪਰਮਾਤਮਾ ਨੇ ਬਣਾਇਆ ਹੋਇਆ। ਉਹਦੇ ਸਿਸਟਮ ਨੂੰ ਸਮਝਣਾ ਐਡਾ ਵੀ ਈਜ਼ੀ ਨਹੀਂ ਜੇ ਪਿਆ। ਜਿਹੜੀ ਖੁਰਾਕ ਅਸੀਂ ਖਾਧੀ ਹੈ ਨਾ, ਉਹ ਸਾਡੇ ਸਰੀਰ ਦੇ ਵਿੱਚ ਜਾ ਕੇ ਕੰਮ ਕਰਦੀ ਹੈ, ਸਾਨੂੰ ਐਨਰਜੀ ਦਿੰਦੀ ਹੈ। ਉਸੇ ਖੁਰਾਕ ਤੋਂ ਸਾਡਾ ਖੂਨ ਬਣਦਾ ਹੈ। ਉਸੇ ਖੁਰਾਕ ਤੋਂ, ਸਿੱਧੀ ਗੱਲ ਕਰੀਏ ਤੇ ਇਨਸਾਨ ਦੇ ਅੰਦਰ, ਮਰਦ ਦੇ ਅੰਦਰ ਸਪਰਮ ਬਣਦਾ ਹੈ। ਉਸੇ ਸਪਰਮ ਤੋਂ ਨਵੀਂ ਜ਼ਿੰਦਗੀ, ਨਵੀਂ ਕ੍ਰੀਏਸ਼ਨ ਕ੍ਰੀਏਟ ਹੁੰਦੀ ਹੈ। ਹੋਰ ਵੀ ਜੀਵ ਜੰਤੂ ਜੋ ਕੁਝ ਖਾਂਦੇ ਨੇ ਜੀ, ਉਹ ਖੁਰਾਕ ਉਹਨਾਂ ਦੇ ਅੰਦਰ ਜਾਂਦੀ ਹੈ, ਇਹੀ ਕੰਮ ਉਹਨਾਂ ਦੇ ਅੰਦਰ ਹੁੰਦਾ ਹੈ। ਇਸੇ ਤਰੀਕੇ ਦੇ ਨਾਲ ਅੱਗੇ ਕ੍ਰੀਏਸ਼ਨ ਵੱਧਦੀ ਹੈ। ਤੇ ਜਿਹੜਾ ਨਵਾਂ ਜਨਮ ਹੋਇਆ ਹੈ, ਉਸ ਜਨਮ ਨੇ ਆਪਣਾ ਸਮਾਂ ਭੋਗ ਕੇ ਵਾਪਸ ਉਸ ਮਿੱਟੀ ਦੇ ਵਿੱਚ ਹੀ ਸਮਾ ਜਾਣਾ। ਜਦੋਂ ਡੈਥ ਹੁੰਦੀ ਹੈ, ਬੰਦਾ ਜ਼ਮੀਨ ਦੇ ਵਿੱਚ ਹੀ, ਜੇ ਤਾਂ ਇਸਲਾਮ ਜਾਂ ਕ੍ਰਿਸਚੈਨਿਟੀ ਦੇ ਨਾਲ ਜਾਂ ਹੋਰ ਧਰਮਾਂ ਦੇ ਨਾਲ ਸੰਬੰਧ ਰੱਖਦਾ ਤੇ ਦਫਨਾ ਦਿੱਤਾ ਜਾਏਗਾ ਜੀ। ਦਫਨਾਇਆ ਕਿੱਥੇ ਜਾਣਾ? ਹਵਾ 'ਚ ਥੋੜ੍ਹੀ ਨਾ ਦਫਨਾਉਣਾ ਇਹਨੂੰ, ਜ਼ਮੀਨ 'ਚ ਹੀ ਦਫਨਾਉਣਾ ਹੈ। ਜ਼ਮੀਨ ਦੇ ਵਿੱਚ ਹੀ ਉਸਨੇ ਮਿਲ ਜਾਣਾ ਹੈ। ਤੇ ਆਪਣੀ ਗੱਲ ਕਰ ਲਈਏ ਤੇ ਆਪਣਾ ਸੰਸਕਾਰ ਹੋਏਗਾ, ਤੇ ਉਹ ਸੰਸਕਾਰ ਜਦੋਂ ਹੋ ਜਾਏਗਾ ਤੇ ਉਹ ਜਿਹੜੀ ਸਵਾਹ ਉਹ ਕਿੱਥੇ ਜਾਣੀ? ਉਹ ਮਿੱਟੀ ਦਾ ਬਣ ਜਾਣੀ ਹੈ, ਮਿੱਟੀ ਦੇ ਵਿੱਚ ਹੀ ਤੇ ਸਮਾ ਜਾਣੀ ਹੈ। ਜਿੱਥੋਂ ਸਰਕਲ ਸਟਾਰਟ ਹੋਇਆ ਸੀ ਉੱਥੇ ਹੀ ਚਲਾ ਜਾਂਦਾ ਹੈ। ਇਹਨੂੰ ਸਮਝਿਓ। ਜਿਹੜੀ ਗੱਲ ਗੁਰੂ ਅਰਜਨ ਸਾਹਿਬ ਮਹਾਰਾਜ ਅੱਜ ਦੇ ਇਸ ਪਾਵਨ ਬਚਨ ਦੇ ਵਿੱਚ ਸਾਨੂੰ ਸਮਝਾਉਂਦੇ ਪਏ ਨੇ, ਸਾਧ ਸੰਗਤ, ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਜੋ ਤੁਸੀਂ ਕੁਦਰਤ ਨੂੰ ਦਿੱਤਾ ਉਹ ਤੁਹਾਨੂੰ ਮਿਲਿਆ। ਜਿੱਥੋਂ ਕੋਈ ਚੀਜ਼ ਪੈਦਾ ਹੋਈ ਵਾਪਸ ਉੱਥੇ ਚਲੀ ਗਈ। ਇਹ ਪਰਮਾਤਮਾ ਦਾ ਬਣਾਇਆ ਹੋਇਆ ਲਾਅ ਆਫ ਨੇਚਰ ਹੈ। ਤੇ ਉਹਦੇ ਵਿੱਚ ਇਹ ਵੀ ਗੱਲ ਆਉਂਦੀ ਹੈ ਕਿ ਜੋ ਤੁਸੀਂ ਕਰਦੇ ਹੋ ਉਹ ਤੁਹਾਨੂੰ ਵਾਪਸ ਮਿਲਣਾ ਹੈ। ਜੇ ਕੁਦਰਤ ਆਪਣੇ ਕੋਲ ਕੁਝ ਨਹੀਂ ਨਾ ਰੱਖਦੀ ਤੇ ਸਾਧ ਸੰਗਤ, ਜੋ ਅਸੀਂ ਕੁਝ ਵੀ ਕਰਾਂਗੇ ਉਸ ਕੀਤੇ ਹੋਏ ਦਾ ਵਾਪਸ ਸਾਨੂੰ ਹੀ ਮਿਲਣਾ ਹੈ, ਕਿਸੇ ਹੋਰ ਨੂੰ ਨਹੀਂ ਜੇ ਮਿਲਣਾ, ਕਿਸੇ ਹੋਰ ਨੂੰ ਨਹੀਂ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਕਹਿੰਦੇ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋ। ਕਹਿੰਦੇ ਕਿਸੇ ਦੂਜੇ ਨੂੰ ਕਿਉਂ ਦੋਸ਼ ਦਿੰਦਾ ਪਿਆ ਹੈ? ਜੋ ਤੂੰ ਕੀਤਾ, what goes around comes around। ਜੋ ਤੁਸੀਂ ਦਓਗੇ ਸੰਸਾਰ ਨੂੰ ਉਹ ਤੁਹਾਨੂੰ ਵਾਪਸ ਮਿਲੇਗਾ। ਤੇ ਇਹ ਡਿਪੈਂਡ ਕਰਦਾ, ਹੋ ਸਕਦਾ ਹੈ ਕਿ ਉਹਦਾ ਨਤੀਜਾ ਤੁਹਾਨੂੰ ਕੁਝ ਸਮੇਂ ਬਾਅਦ ਹੀ ਮਿਲ ਜਾਏ, ਹੋ ਸਕਦਾ ਥੋੜਾ ਟਾਈਮ ਵੀ ਲੱਗ ਜਾਏ। ਸਪੋਜ਼ ਕਰ ਲਓ ਕਿ ਕਿਸੇ ਨੇ ਨਾ ਕੋਈ ਬਾਲ ਕਹਿ ਲਈਏ ਜਾਂ ਕੋਈ ਵੀ ਚੀਜ਼ ਕਹਿ ਲਈਏ ਜੀ, ਸਮਝਣ ਦੇ ਲਈ ਐਗਜ਼ਾਮਪਲ ਦੇ ਤੌਰ ਤੇ ਆਪਾਂ ਯੂਜ਼ ਕਰਨਾ ਹੈ। ਉਹਨੇ ਸੁੱਟ ਦਿੱਤੀ ਹੈ ਬਾਲ, ਇੱਕ ਕਿਸੇ ਇਨਸਾਨ ਨੇ ਸੁੱਟ ਦਿੱਤੀ ਹੈ, ਉਹਦੇ ਕੋਲੇ ਵਾਪਸ ਆਏਗੀ। ਕੱਲ ਆ ਜਾਏ, 10 ਦਿਨਾਂ ਨੂੰ ਆ ਜਾਏ, 2 ਮਹੀਨਿਆਂ ਨੂੰ ਆ ਜਾਏ, ਸਾਲ ਨੂੰ ਆ ਜਾਏ, 10 ਸਾਲਾਂ ਨੂੰ ਆ ਜਾਏ, 50 ਸਾਲਾਂ ਨੂੰ ਆ ਜਾਏ, ਆਏਗੀ ਜ਼ਰੂਰ। ਇਹਨੂੰ ਸਮਝਿਓ। ਇਹਦਾ ਮਤਲਬ ਇੱਥੇ ਇਹ ਨਹੀਂ ਕਿ ਬਾਲ ਸੁੱਟੀ ਤੇ ਬਾਲ ਵਾਪਸ ਆਏਗੀ। ਇਹਨੂੰ ਥੋੜਾ ਸਮਝਣ ਦੀ ਕੋਸ਼ਿਸ਼ ਕਰਿਓ। ਜੇ ਮੈਂ ਕੁਝ ਗਲਤ ਕੀਤਾ ਹੈ, ਉਹ ਮੇਰੇ ਕੋਲ ਵਾਪਸ ਚੱਲ ਕੇ ਜ਼ਰੂਰ ਆਏਗਾ। ਇੱਕ ਤੁਹਾਨੂੰ ਸਾਇੰਟਿਸਟ ਦਾ ਨਾਂ ਯਾਦ ਹੋਣਾ ਹੈ ਜੀ, ਮੇਰੇ ਖਿਆਲ ਜਿਹਨੇ ਗ੍ਰੈਵਿਟੀ ਦਾ ਲਾਅ ਕ੍ਰੀਏਟ ਕੀਤਾ, ਸਾਡੇ ਸਾਹਮਣੇ ਰੱਖਿਆ, ਨਿਊਟਨ ਜੀ ਉਹਦਾ ਨਾਂ ਹੈ ਨਾ ਜੀ। ਉਹਨੇ ਕੀ ਕਿਹਾ ਹੈ? ਕਹਿੰਦਾ ਜੋ ਵੀ ਚੀਜ਼ ਉੱਪਰੋਂ ਥੱਲੇ ਨੂੰ ਸੁੱਟਾਂਗੇ ਉਹ ਥੱਲੇ ਆਏਗੀ, ਉੱਪਰ ਨੂੰ ਨਹੀਂ ਜਾਣੀ। ਜਿਹੜੀ ਵੀ ਚੀਜ਼ ਆਪਾਂ ਸੁੱਟਾਂਗੇ
ਉਹਨੇ ਉੱਪਰ ਨਹੀਂ ਜਾਣਾ, ਉਹਨੇ ਥੱਲੇ ਡਿੱਗਣਾ ਹੈ। ਉਹ ਕਹਿੰਦੇ ਨੇ ਸੇਬ ਦੇ ਦਰਖਤ ਦੇ ਥੱਲੇ ਬੈਠਾ ਸੀ ਤੇ ਇੱਕ ਸੇਬ ਥੱਲੇ ਟੁੱਟ ਕੇ ਦਰਖਤ ਨਾਲੋਂ ਡਿੱਗਾ ਤੇ ਉਹਨੇ ਡਿੱਗਦੇ ਹੋਏ ਸੇਬ ਵੱਲ ਦੇਖ ਕੇ ਸੋਚਿਆ ਮਨ ਦੇ ਵਿੱਚ ਕਿ ਉੱਪਰ ਨੂੰ ਕਿਉਂ ਨਹੀਂ ਗਿਆ, ਇਹ ਥੱਲੇ ਕਿਉਂ ਡਿੱਗਾ ਹੈ। ਸਾਡੇ ਵਰਗਾ ਹੁੰਦਾ ਫੜ ਕੇ ਸੇਬ ਨੂੰ ਖਾਣਾ ਸ਼ੁਰੂ ਕਰ ਦਿੰਦਾ, ਰੱਬ ਨੂੰ ਸ਼ੁਕਰ ਕਰਦਾ, ਮਾਲਕ ਭੁੱਖ ਲੱਗੀ ਸੀ, ਤੂੰ ਬੜਾ ਦਿਆਲੂ ਹੈ, ਦੇ ਦਿੱਤਾ। ਪਰ ਉਹਨੇ ਇਦਾਂ ਨਹੀਂ ਕੀਤਾ ਜੀ, ਉਹਨੇ ਸੋਚਿਆ ਕਹਿੰਦਾ ਉੱਪਰ ਕਿਉਂ ਨਹੀਂ ਗਿਆ, ਥੱਲੇ ਕਿਉਂ ਆਇਆ। ਤੇ ਉਹਨੇ ਇੱਕ ਲਾਅ ਦੇ ਦਿੱਤਾ ਜੀ, ਗ੍ਰੈਵਿਟੀ। ਕਹਿੰਦਾ ਜ਼ਮੀਨ ਦੇ ਵਿੱਚ ਗੁਰੂਤਾਕਰਸ਼ਣ ਹੈ, ਗ੍ਰੈਵਿਟੀ ਹੈ, ਇਹਦੇ ਕਰਕੇ ਕੋਈ ਵੀ ਵਸਤੂ ਉੱਪਰ ਨਹੀਂ ਜਾਂਦੀ। ਇਹ ਪਰਮਾਤਮਾ ਨੇ ਜਿਹੜਾ ਲਾਅ ਬਣਾਇਆ ਹੋਇਆ ਨਾ ਜੀ, ਵਟ ਗੋਜ਼ ਅਰਾਊਂਡ ਕਮਜ਼ ਅਰਾਊਂਡ, ਇਹਨੂੰ ਆਪਾਂ ਗ੍ਰੈਵਿਟੀ ਦੇ ਨਾਲ ਜੋੜ ਕੇ ਦੇਖ ਲਈਏ, ਜੋ ਅਸੀਂ ਸੁੱਟਾਂਗੇ ਉਹ ਸਾਡੇ ਕੋਲ ਵਾਪਸ ਚੱਲ ਕੇ ਆਉਣਾ ਹੀ, ਕਿਤੇ ਨਹੀਂ ਜਾਣ ਵਾਲਾ। ਹਾਂ, ਹੋ ਸਕਦਾ ਟਾਈਮ ਥੋੜ੍ਹਾ ਜਿਹਾ ਵੱਧ ਲੱਗ ਜਾਏ। ਤੇ ਕਈ ਵਾਰ ਕੀ ਹੁੰਦਾ ਹੈ, ਜਿਹੜੀ ਗੱਲ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ, ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਦੋਸ਼ ਨਾ ਕਿਸੇ ਨੂੰ ਦਈ, ਜੋ ਤੂੰ ਕੀਤਾ ਹੈ ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆਂ ਜੋ ਮੈਂ ਕੀਆ। ਬੌਲ ਮੈਂ ਸੁੱਟੀ ਸੀ ਨਾ ਜੀ, ਮੇਰੇ ਗਵਾਂਢੀ ਨੇ ਥੋੜ੍ਹੀ ਸੁੱਟੀ ਸੀ। ਜੋ ਮੈਂ ਕੀਆ, ਜੋ ਮੈਂ ਕੀਤਾ ਹੈ ਸੋ ਮੈਂ ਪਾਇਆ, ਉਹ ਮੈਨੂੰ ਮਿਲੇਗਾ। ਦੋਸ਼ ਨਾ ਦੀਜੈ ਅਵਰ ਜਨਾ, ਕਿਸੇ ਹੋਰ ਨੂੰ ਦੋਸ਼ ਨਾ ਦੇਈ, ਕੰਪਲੇਨ ਨਾ ਕਰੀ, ਕਿਸੇ ਹੋਰ ਦੇ ਉੱਤੇ ਬਲੇਮ ਨਾ ਲਗਾਈ। ਕਹਿੰਦੇ ਇੱਕ ਨਾ ਸਵੇਰ ਦਾ ਸਮਾਂ ਹੋਇਆ, ਰਾਤ ਬਤੀਤ ਹੋਈ, ਦਿਨ ਚੜ੍ਹਿਆ ਜੀ, ਤੇ ਇੱਕ ਬੰਦਾ, ਇੱਕ ਆਦਮੀ ਜਿਹੜਾ ਸੁੱਤਾ ਸੀ ਵਿਚਾਰਾ ਬੈੱਡ ਤੇ ਉੱਠਿਆ। ਉੱਠ ਕੇ ਬੈੱਡ ਤੋਂ ਜਦੋਂ ਤੁਰਨ ਲੱਗਾ ਨਾ ਤੇ ਅੱਗੇ ਟੇਬਲ ਪਿਆ ਸੀ, ਟੇਬਲ ਦੇ ਨਾਲ ਉਹਦਾ ਪੈਰ ਬੜੇ ਜ਼ੋਰ ਦੇ ਨਾਲ ਟਕਰਾਇਆ। ਤੇ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਗਾ ਕੇ ਦੇਖੋ, ਬੰਦਾ ਸੌਂ ਕੇ ਉੱਠ ਰਿਹਾ ਹੈ ਤੇ ਉੱਠਦਿਆਂ ਸਾਰੀ ਉਹਦੇ ਨਾਲ ਇਹੋ ਜਿਹੀ ਘਟਨਾ ਵਾਪਰ ਜਾਏ ਤੇ ਜ਼ੁਬਾਨ ਤੋਂ ਕੀ ਨਿਕਲੇਗਾ? ਗਾਲਾਂ ਹੀ ਨਿਕਲਣਗੀਆਂ ਨਾ ਜੀ। ਉਹ ਨੌਕਰਾਂ ਨੂੰ ਗਾਲਾਂ ਕੱਢੇਗਾ, ਕਿੱਥੇ ਮਰ ਗਿਆ, ਕਿੰਨੇ ਇੱਦਾਂ ਰੱਖਿਆ, ਕਿਹਦੀ ਇਹਨੇ ਆ ਗਲਤ ਇੰਨਾ ਕੰਮ ਕੀਤਾ, ਮੇਰਾ ਪੈਰ ਟੁੱਟ ਚੱਲਿਆ ਸੀ। ਅਜੇ ਇੰਨਾ ਕੁ ਕਹਿੰਦਾ ਪਿਆ ਜੀ ਜ਼ੁਬਾਨ ਤੋਂ। ਘਰ ਵਾਲੀ ਨੇ ਆਣ ਕੇ ਨਾ ਕੰਨ 'ਚ ਕਿਹਾ ਹੌਲੀ ਜੀ, ਕਹਿਣ ਲੱਗੀ ਰੌਲਾ ਨਾ ਪਾ, ਰਾਤੀ ਤੁਸੀਂ ਹੀ ਬੈਠ ਕੇ ਇੱਥੇ ਰੋਟੀ ਖਾਧੀ ਸੀ, ਤੁਸੀਂ ਹੀ ਟੇਬਲ ਨੂੰ ਇੱਥੇ ਰੱਖਿਆ ਸੀ। ਹੁੰਦਾ ਕੀ ਆ ਸਾਧ ਸੰਗਤ, ਜੋ ਮੈਂ ਕੀਤਾ ਹੈ ਨਾ, ਆ ਜਿਹੜੀ ਬੌਲ ਸੁੱਟੀ ਸੀ ਇਹਨੂੰ ਦਿਮਾਗ 'ਚ ਰੱਖਿਓ। ਜਿਹੜੀ ਬੌਲ ਸੁੱਟੀ ਸੀ ਨਾ, ਜੇ ਤਾਂ 10 ਕੁ ਦਿਨਾਂ ਬਾਅਦ ਵਾਪਸ ਆ ਗਈ ਫਿਰ ਤਾਂ ਯਾਦ ਹੈ ਕਿ ਜੀ ਮੈਂ ਹੀ ਸੁੱਟੀ ਸੀ। ਪਰ ਜੇ 2-4 ਸਾਲ ਬਤੀਤ ਹੋ ਗਏ, ਸਪੈਂਡ ਹੋ ਗਏ, 2-4-5 ਸਾਲਾਂ ਬਾਅਦ ਆਉਂਦੀ ਹੈ ਤਾਂ ਫਿਰ ਯਾਦ ਨਹੀਂ ਰਹਿੰਦਾ ਕਿ ਮੈਂ ਸੁੱਟੀ ਸੀ। ਤੇ ਜੇ ਥੋੜ੍ਹਾ ਜਿਹਾ ਹੋਰ ਜ਼ਿਆਦਾ ਸਮਾਂ ਲੰਘ ਜਾਏ ਤੇ ਫਿਰ ਬਿਲਕੁਲ ਹੀ ਬੰਦਾ ਭੁੱਲ ਜਾਂਦਾ ਹੈ ਨਾ ਕਿ ਜੀ ਇਹ ਮੈਂ ਹੀ ਸੁੱਟੀ ਸੀ। ਅਜੇ ਰਾਤ ਸੁੱਤਾ ਤੇ ਟੇਬਲ ਅੱਗੇ ਰੱਖਿਆ, ਪੈਰ ਵੱਜਾ ਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਭੁੱਲ ਹੀ ਗਿਆ ਕਿ ਮੈਂ ਹੀ ਰੱਖਿਆ ਸੀ। ਜੀਵਨ 'ਚ ਦੁੱਖ ਆਇਆ ਮੇਰੇ, ਮੈਂ ਮੁਸ਼ਕਿਲ ਦੇ ਵਿੱਚ ਘਿਰ ਚੁੱਕਾ, ਦੋਸ਼ ਮੈਂ ਆਪਣੇ ਗਵਾਂਢੀ ਨੂੰ ਦੇ ਰਿਹਾ। ਕਿਉਂ ਭਾਈ? ਟੇਬਲ ਤੇ ਮੈਂ ਰੱਖਿਆ ਸੀ, ਅੱਗੇ ਰੋਟੀ ਤੇ ਮੈਂ ਰਾਤੀ ਬੈਠ ਕੇ ਖਾਧੀ ਹੈ, ਤੇ ਜੇ ਹੁਣ ਮੇਰਾ ਪੈਰ ਟਕਰਾ ਕੇ ਮੈਨੂੰ ਚੋਟ ਲੱਗੀ ਹੈ ਤੇ ਮੈਂ ਦੂਜਿਆਂ ਨੂੰ ਕਿਉਂ ਮਾੜਾ ਕਵਾਂ, ਦੂਜਿਆਂ ਦੇ ਉੱਤੇ ਬਲੇਮ ਕਿਉਂ ਰੱਖਾਂ? ਜੋ ਮੈਂ ਕੀਤਾ ਸੀ ਉਹਦਾ ਹੀ ਫਲ ਮੈਨੂੰ ਮਿਲਿਆ। ਹਾਂ, ਜੇ ਮੈਂ ਪ੍ਰਸ਼ਾਦਾ ਪਾਣੀ ਛਕ ਕੇ ਉਸ ਟੇਬਲ ਨੂੰ ਸਾਈਡ ਤੇ ਰੱਖ ਦਿੰਦਾ ਤੇ ਮੇਰਾ ਪੈਰ ਨਾ ਟਕਰਾਉਂਦਾ ਤੇ ਨਾ ਚੋਟ ਲੱਗਦੀ, ਨਾ ਮੈਂ ਕਿਸੇ ਦਾ ਬੁਰਾ ਕਰਦਾ ਤੇ ਨਾ ਮੇਰੇ ਨਾਲ ਬੁਰਾ ਹੁੰਦਾ। ਇੱਕ ਪੁੱਤਰ ਨਾ ਆਪਣੀ ਮਾਂ ਨੂੰ ਕਹਿੰਦਾ ਮਾਂ, ਮੈਂ ਨਾ ਇੱਕ ਦੁਬਿਧਾ 'ਚ ਫਸ ਗਿਆ, ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਕਰਾਂ ਕੀ। ਇੱਕ ਕੰਮ ਹੈ, ਉਸ ਕੰਮ ਦੇ ਜੇ ਮੈਂ ਉਹ ਕੰਮ ਕਰਦਾ ਤੇ ਉਸ ਕੰਮ ਨੂੰ ਕਰਨ ਤੋਂ ਬਾਅਦ ਪੈਸੇ ਬੜੇ ਮਿਲਣਗੇ, ਪ੍ਰੋਫਿਟ ਬਹੁਤ ਹੈ, ਕੋਈ ਸ਼ੱਕ ਨਹੀਂ, ਬਹੁਤ ਪ੍ਰੋਫਿਟ ਮਿਲੇਗਾ। ਪਰ ਉਹ ਕੰਮ ਐਸਾ ਹੈ ਕਿ ਮੇਰਾ ਅੰਦਰ, ਮੇਰਾ ਜ਼ਮੀਰ ਜਿਹੜਾ ਨਾ ਇਜਾਜ਼ਤ ਨਹੀਂ ਦਿੰਦਾ ਕਿ ਮੈਂ ਉਹ ਕੰਮ ਕਰਾਂ। ਧਿਆਨ ਦਿਓ ਸਾਧ ਸੰਗਤ, ਜੇ ਮੈਂ ਚਾਹੁੰਦਾ ਕਿ ਮੇਰੇ ਜੀਵਨ 'ਚ ਦੁੱਖ ਨਾ ਆਉਣ ਤੇ ਫਿਰ ਮੈਂ ਉਹ ਕੰਮ ਨਾ ਕਰਾਂ ਜਿਨ੍ਹਾਂ ਦੇ ਕਰਕੇ ਇਹ ਸਭ ਕੁਝ ਮੇਰੇ ਨਾਲ ਵਾਪਰ ਸਕਦਾ ਹੈ। ਮਾਂ ਨੂੰ ਕਹਿੰਦਾ ਪ੍ਰੋਫਿਟ ਬਹੁਤ ਹੈ ਉਹਦੇ ਵਿੱਚ, ਪਰ ਮੇਰੇ ਅੰਦਰੋਂ ਆਵਾਜ਼ ਆਉਂਦੀ ਹੈ ਕਿ ਨਾ ਕਰ, ਮੈਂ ਸਮਝ ਨਹੀਂ ਆ ਰਹੀ ਕਿ ਕਰਾਂ ਕੀ, ਮੈਂ ਚਾਹੁੰਦਾ ਕਿ ਤੂੰ ਮੈਨੂੰ ਕੋਈ ਸਲਾਹ ਦੇ। ਮਾਂ ਨੂੰ ਕਹਿੰਦਾ ਮੈਨੂੰ ਸਲਾਹ ਦੇ। ਤੇ ਮਾਂ ਪਤਾ ਕੀ ਕਹਿੰਦੀ ਜੀ? ਮਾਂ ਨੇ ਕਿਹਾ, ਕਹਿੰਦੇ ਪੁੱਤਰਾ, ਜਦੋਂ ਦਿਨ ਚੜ੍ਹਦਾ ਹੈ ਨਾ, ਸਵੇਰ ਹੁੰਦੀ ਹੈ, ਤਾਂ ਮੈਂ ਤੈਨੂੰ ਤੇਰੇ ਕਮਰੇ ਦੇ ਵਿੱਚ ਜਗਾਉਣ ਵਾਸਤੇ ਜਾਂਦੀ ਹਾਂ। ਜਦੋਂ ਮੈਂ ਤੈਨੂੰ ਜਗਾਉਣ ਵਾਸਤੇ ਸਵੇਰੇ ਤੇਰੇ ਕਮਰੇ 'ਚ ਜਾਂਦੀ ਹਾਂ, ਤੇਰੇ ਚਿਹਰੇ ਵੱਲ ਦੇਖਦੀ ਹਾਂ, ਤੂੰ ਬੜੀ ਆਰਾਮ ਦੀ ਨੀਂਦ ਸੁੱਤਾ ਪਿਆ ਹੈ, ਬੜੀ ਪਿਆਰੀ ਨੀਂਦ ਦੇ ਵਿੱਚ ਸੁੱਤਾ ਪਿਆ ਹੈ। ਤੇ ਬੇਟਾ, ਮੈਂ ਇਹ ਨਹੀਂ ਚਾਹਾਂਗੀ ਕਿ ਜਦੋਂ ਮੈਂ ਤੈਨੂੰ ਜਗਾਉਣ ਵਾਸਤੇ ਤੇਰੇ ਕਮਰੇ ਦੇ ਵਿੱਚ ਜਾਵਾਂ ਤੇ ਤੂੰ ਪਹਿਲਾਂ ਹੀ ਜਾਗਦਾ ਪਿਆ ਹੋਵੇਂ। ਸਮਝਿਓ ਇਹਨੂੰ। ਹੁਣ ਮੈਂ ਜਦੋਂ ਤੈਨੂੰ ਜਗਾਉਣ ਵਾਸਤੇ ਜਾਂਦੀ ਹਾਂ, ਤੂੰ ਬੜੀ ਆਰਾਮ ਦੀ ਨੀਂਦ, ਬੜੀ ਪਿਆਰੀ ਗੂੜੀ ਨੀਂਦ ਦੇ ਵਿੱਚ ਸੁੱਤਾ ਹੁੰਦਾ ਹੈ, ਤੇ ਮੈਂ ਤੈਨੂੰ ਜਗਾਉਣੀ ਆ ਜਾ ਕੇ। ਤੇ ਮੈਂ ਇਹ ਨਹੀਂ ਚਾਹੁੰਦੀ
ਕਿ ਜਦੋਂ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਤੈਨੂੰ ਜਗਾਉਣ ਵਾਸਤੇ ਤੇਰੇ ਕਮਰੇ ਦੇ ਵਿੱਚ ਜਾਵਾਂ ਤੇ ਤੂੰ ਪਹਿਲਾਂ ਹੀ ਜਾਗਦਾ ਹੋਵੇਂ। ਇਹਦਾ ਮਤਲਬ ਕੀ ਹੈ ਕਿ ਬੇਟਾ ਉਹ ਕੰਮ ਨਹੀਂ ਕਰਨਾ ਜਿਸ ਕੰਮ ਨੂੰ ਕਰਨ ਤੋਂ ਬਾਅਦ ਤੇਰੀ ਰਾਤ ਦੀ ਨੀਂਦ ਹੀ ਉੱਡ ਜਾਏ। ਐਸਾ ਕੰਮ ਕਰਨ ਦਾ ਕੀ ਫਾਇਦਾ। ਤੇ ਯਾਦ ਰੱਖੀ, ਜੋ ਤੂੰ ਦਏਂਗਾ ਦੁਨੀਆ ਨੂੰ ਉਹ ਤੇਰੇ ਕੋਲ ਵਾਪਸ ਚੱਲ ਕੇ ਜ਼ਰੂਰ ਆਉਣਾ ਹੈ। ਇਹਦੇ ਕੋਲੋਂ ਕੋਈ ਬਚ ਨਹੀਂ ਜੇ ਸਕਦਾ। ਜੇ ਤੁਸੀਂ ਚੰਗਾ, ਬਾਬਾ ਫਰੀਦ ਜੀ ਕਹਿੰਦੇ ਨੇ ਨਾ, ਕਹਿੰਦੇ ਫਰੀਦਾ ਲੋੜੈ ਦਾਖ ਬਿਜੁਰੀਆਂ, ਕਿੱਕਰ ਬੀਜੈ ਜੱਟ, ਹੰਡੈ ਉੱਨ ਕਤਾਏਂ ਦਾ ਪੈਂਦਾ ਲੋੜੈ ਪੱਟ। ਜੇ ਤੂੰ ਚਾਹੁੰਦਾ ਹੈ ਕਿ ਮੈਨੂੰ ਚੰਗਾ ਫਲ ਮਿਲੇ, ਬਾਬਾ ਫਰੀਦ ਜੀ ਕਹਿੰਦੇ ਫਿਰ ਕਰ ਵੀ ਕੁਝ ਚੰਗਾ। ਇੱਦਾਂ ਕਦੇ ਨਹੀਂ ਜੀ ਹੋਇਆ ਕਿ ਬੰਦਾ ਕੋਈ ਮਾੜਾ ਕਰਦਾ ਪਿਆ ਤੇ ਉਹਦੇ ਨਾਲ ਚੰਗਾ ਹੋ ਜਾਏ। ਇਸ ਤਰ੍ਹਾਂ ਨਹੀਂ ਜੀ ਹੋਇਆ ਕਿ ਬੀਜਿਆ ਕੁਝ ਹੋਰ ਹੈ ਤੇ ਫਲ ਕੋਈ ਹੋਰ ਮਿਲ ਜਾਏ। ਫਲ ਉਹੀ ਮਿਲੇਗਾ ਜੋ ਬੀਜਿਆ ਜਾਏਗਾ। ਕਦੇ ਤੁਸੀਂ ਸੇਬ ਦੇ ਦਰਖਤ ਨੂੰ ਅੰਬ ਲੱਗਦੇ ਦੇਖੇ ਨੇ? ਕਦੇ ਵੀ ਨਹੀਂ, ਹੋ ਹੀ ਨਹੀਂ ਸਕਦਾ। ਜੇ ਸੇਬ ਬੀਜਿਆ ਤੇ ਉਹਨੂੰ ਸੇਬ ਹੀ ਲੱਗਣਗੇ ਨਾ। ਜੇ ਮੈਂ ਕੁਝ ਚੰਗਾ ਕੀਤਾ ਹੈ ਤੇ ਉਹਦਾ ਫਲ ਮੈਨੂੰ ਚੰਗਾ ਹੀ ਮਿਲੇਗਾ। ਅੱਜ ਮਿਲ ਜਾਏ, ਲੇਟਰ ਔਰ ਸੂਨਰ, ਅੱਜ ਮਿਲ ਜਾਏ, ਕੱਲ ਮਿਲ ਜਾਏ, 10 ਸਾਲਾਂ ਨੂੰ ਮਿਲ ਜਾਏ, ਮਿਲੇਗਾ ਜ਼ਰੂਰ, ਜਿਸ ਤਰ੍ਹਾਂ ਦਾ ਮੈਂ ਕੀਤਾ ਹੋਇਆ ਹੈ। ਇਸੇ ਕਰਕੇ ਤਾਂ ਸਤਿਗੁਰਾਂ ਨੇ ਬਾਣੀ ਦੇ ਵਿੱਚ ਵਾਰ-ਵਾਰ ਕਿਹਾ, ਕਹਿੰਦੇ ਕਰਮ ਧਰਤੀ ਸਰੀਰ ਜੁਗ ਅੰਤਰ, ਜੋ ਬੋਵੈ ਸੋ ਖਾਤ। ਬਾਬਾ ਫਰੀਦ ਜੀ ਕਹਿੰਦੇ ਇਕਨਾਂ ਨੂੰ ਸਭ ਸੋਝੀ ਆਈ, ਇੱਕ ਫਿਰਦੇ ਵੇ ਪ੍ਰਵਾਹਾ। ਇਕਨਾਂ ਨੂੰ ਤੇ ਸਮਝ, ਕਈਆਂ ਨੂੰ, ਇਕਨਾਂ ਦਾ ਮਤਲਬ ਇੱਥੇ ਜੀ ਕਈਆਂ ਨੂੰ ਤੇ ਸਮਝ ਪੈ ਗਈ ਕਿ ਜੋ ਮੈਂ ਕਰਾਂਗਾ ਉਹਦਾ ਫਲ ਮੈਨੂੰ ਹੀ ਭੋਗਣਾ ਪੈਣਾ ਹੈ। ਇੱਕ ਫਿਰਦੇ ਵੇ ਪ੍ਰਵਾਹ ਦਾ ਮਤਲਬ ਨਿਸ਼ਚਿੰਤ ਹੋ ਕੇ ਤੁਰੇ ਫਿਰਦੇ ਨੇ। ਕਹਿੰਦੇ ਕਰੋ ਜੋ ਕਰਨਾ ਹੈ, ਗੱਲ ਹੀ ਕੋਈ ਨਹੀਂ, ਫਰਕ ਹੀ ਕੋਈ ਨਹੀਂ ਪੈਂਦਾ। ਪਰ ਨਹੀਂ, ਬਹੁਤ ਫਰਕ ਪੈਂਦਾ ਜੀ। ਹੁਣ ਜੇਕਰ ਅੱਜ ਮੈਂ ਦੁਖੀ ਹੋ ਕੇ ਕਰਲਾਉਂਦਾ ਪਿਆ ਨਾ ਬੈੱਡ ਦੇ ਉੱਤੇ, ਮੇਰੇ ਕੋਲ ਉੱਠਿਆ ਨਹੀਂ ਜਾ ਰਿਹਾ, ਮੈਂ ਚੱਲਣ ਤੋਂ ਅਸਮਰੱਥ ਹੋ ਗਿਆ, ਤੇ ਸਾਧ ਸੰਗਤ ਖਿਆਲ ਕਰਿਓ ਇਹ ਹਾਲਤ ਐਵੇਂ ਨਹੀਂ ਹੋ ਗਈ। ਕਿਸੇ ਦੇ ਨਾਲ ਮੈਂ ਕੁਝ ਕੀਤਾ ਸੀ ਤੇ ਉਹਦਾ ਫਲ ਮੈਨੂੰ ਭੁਗਤਣਾ ਪੈ ਰਿਹਾ ਹੈ। ਜੇ ਮੈਂ ਚਾਹੁੰਦਾ ਨਾ ਕਿ ਮੇਰੀ ਕੋਈ ਨਿੰਦਿਆ ਨਾ ਕਰੇ, ਹੁੰਦੀ ਹੈ ਨਾ ਜੀ, ਜੇ ਮੈਂ ਚਾਹੁੰਦਾ ਕਿ ਮੈਨੂੰ ਕੋਈ ਮਾੜਾ ਨਾ ਕਹੇ, ਤੇ ਫਿਰ ਕੋਸ਼ਿਸ਼ ਕਰਿਓ ਕਿ ਆਪਣੀ ਜ਼ੁਬਾਨ ਤੋਂ ਕਿਸੇ ਨੂੰ ਮਾੜਾ ਨਾ ਕਹੋ। ਜੇ ਤੁਸੀਂ ਚਾਹੁੰਦੇ ਹੋ ਕਿ ਕੋਈ ਮੇਰੀ ਨਿੰਦਾ ਨਾ ਕਰੇ, ਤੇ ਕੋਸ਼ਿਸ਼ ਇਹ ਕਰਿਆ ਕਰੋ ਕਿ ਤੁਸੀਂ ਕਿਸੇ ਦੀ ਨਿੰਦਾ ਨਾ ਕਰੋ, ਕਿਉਂਕਿ ਤੁਸੀਂ ਕਰੋਗੇ ਤੁਹਾਡੀ ਵੀ ਹੋਏਗੀ। ਵਟ ਗੋਜ਼ ਅਰਾਊਂਡ ਕਮਸ ਅਰਾਊਂਡ। ਵਾਪਸ ਆਉਣਾ ਹੈ ਜੀ। ਭੱਜ ਕੋਈ ਨਹੀਂ ਜੇ ਸਕਦਾ, ਕੋਈ ਨਹੀਂ ਜੇ ਬਚ ਸਕਦਾ ਇਸ ਲਾਅ ਆਫ ਨੇਚਰ ਤੋਂ। ਜਿਹੜਾ ਕਹੇਗਾ ਨਾ ਜੀ ਮੈਂ ਬੜਾ ਸਿਆਣਾ, ਮੈਂ ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਧੋਖਾ ਦੇ ਕੇ ਬਚ ਜਾਵਾਂਗਾ। ਦੁਨੀਆ ਨੂੰ ਧੋਖਾ ਦੇ ਕੇ ਬੰਦਾ ਬਚ ਸਕਦਾ ਜੀ, ਮਾਲਕ ਨੂੰ ਧੋਖਾ ਦੇ ਕੇ ਕੋਈ ਨਹੀਂ ਜੇ ਅੱਜ ਤੱਕ ਬਚਿਆ। ਉਹਦੇ ਕਾਨੂੰਨ ਹੀ ਇੰਨੇ ਸਖਤ ਨੇ। ਸਰਕਾਰ ਨੂੰ, ਦੁਨੀਆ ਦੇ ਕਾਨੂੰਨ ਨੂੰ ਧੋਖਾ ਦਿੱਤਾ ਜਾ ਸਕਦਾ ਕਿਤੇ ਨਾ ਕਿਤੇ। ਚਲੋ ਇੱਥੇ ਦੀ ਤਾਂ ਮੈਂ ਗੱਲ ਨਹੀਂ ਕਰ ਸਕਦਾ, ਜਿੱਥੋਂ ਦਾ ਆਪਣਾ ਸਬੰਧ ਹੈ ਨਾ ਪਿੱਛੇ ਦਾ, ਉੱਥੇ ਝਾਤ ਮਾਰ ਕੇ ਦੇਖ ਰਹੀ, ਉੱਥੇ ਤਾਂ ਹੁੰਦਾ ਇੱਦਾਂ, ਨੋਰਮਲ ਹੈ। ਪਰ ਉਸ ਮਾਲਕ ਨੂੰ ਨਹੀਂ ਜੀ, ਉਹਦੇ ਦਰ ਤੇ ਨਹੀਂ, ਉਹਦੇ ਕਾਨੂੰਨ ਦੇ ਅੱਗੇ ਕੋਈ ਕੁਝ ਨਹੀਂ ਜੇ ਕਰ ਸਕਦਾ। ਜੋ ਉਸਨੇ ਬਣਾ ਦਿੱਤਾ ਹੈ ਉਹ ਕੋਈ ਭੰਗ ਨਹੀਂ ਜੇ ਕਰ ਸਕਦਾ, ਉਹਨੂੰ ਕੋਈ ਤੋੜ ਨਹੀਂ ਜੇ ਸਕਦਾ। ਇਸੇ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਪਏ ਨੇ, ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਕਹਿੰਦੇ ਇੱਕ ਡਾਕਟਰ ਸੀ, ਜਿਹੜੀਆਂ ਕਲਾਸਿਸ ਚੱਲਦੀਆਂ ਨੇ, ਮੈਂ ਉੱਥੇ ਇਹ ਗੱਲ ਪਿੱਛੇ ਜੇ ਸਾਂਝੀ ਕੀਤੀ ਸੀ। ਇੱਕ ਡਾਕਟਰ ਦਾ ਕੰਮ ਕੀ ਹੈ ਜੀ? ਮਰੀਜ਼ਾਂ ਦਾ ਇਲਾਜ ਕਰਨਾ। ਕੋਈ ਵੀ ਡਾਕਟਰ ਆ ਜਾਏ, ਮਰੀਜ਼ ਆ ਜਾਏ, ਉਹਦਾ ਇਮਾਨਦਾਰੀ ਦੇ ਨਾਲ ਇਲਾਜ ਕਰਨਾ। ਇੱਕ ਇੰਡੀਆ ਦੇ ਵਿੱਚ, ਪੰਜਾਬ ਦੀ ਧਰਤੀ ਤੇ ਬੜੇ ਭਾਵਨਾ ਵਾਲੇ ਗੁਰਮੁਖ ਪਿਆਰੇ ਹੋਏ ਨੇ, ਤੇ ਉਹਨਾਂ ਨੇ ਦੀਵਾਨ ਲਗਾਉਣਾ। ਤੇ ਦੀਵਾਨ ਜਦੋਂ ਲਗਾਉਣਾ ਨਾ, ਗੰਗਾ ਨਗਰ ਰਾਜਸਥਾਨ ਦੇ ਵਿੱਚ ਹੈ ਜੀ। ਤੇ ਉੱਥੇ ਜਦੋਂ ਉਹਨਾਂ ਦਾ ਸਾਲ ਦੇ ਵਿੱਚ ਹਰ ਸਾਲ ਦੀਵਾਨ ਹੁੰਦਾ ਸੀ, ਤੇ ਉੱਥੇ ਦੀਵਾਨ ਜਦੋਂ ਉਹਨਾਂ ਨੇ ਲਗਾਉਣਾ, ਤੇ ਉਹ ਡਾਕਟਰ ਜਿਹੜਾ ਨਾ, ਉਹਨੇ ਬੜੀ ਸੇਵਾ ਕਰਨੀ ਜੀ, ਬੜਾ ਪ੍ਰੇਮੀ ਸੀ ਉਹਨਾਂ ਗੁਰਮੁਖਾਂ ਦਾ। ਤੇ ਜਦੋਂ ਦੀਵਾਨ ਹੋਏ ਨੇ, ਤੇ ਉਹਨੇ 2-3 ਦਿਨ ਦਾ ਦੀਵਾਨ ਹੋਣਾ, ਤੇ ਪ੍ਰਸ਼ਾਦੇ ਦੀ ਸੇਵਾ ਉਸ ਡਾਕਟਰ ਨੇ ਆਪਣੇ ਘਰ ਦੇ ਵਿੱਚ ਕਰਨੀ। ਉਹ ਜਿਹੜੇ ਗੁਰਮੁਖ ਗਏ ਨੇ, ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਵੀ ਨੇ, 2-3 ਦਿਨ ਸੇਵਾ ਕਰਨੀ। ਇਸ ਸਾਲ ਜਦੋਂ ਉਹ ਉੱਥੇ ਗਏ ਨੇ, ਤੇ ਉਹ 2-3 ਦਿਨਾਂ ਦੇ ਵਿੱਚ ਡਾਕਟਰ ਨਜ਼ਰ ਹੀ ਨਹੀਂ ਆਇਆ। ਉਹ ਜਿਹੜਾ ਹਰ ਸਾਲ ਪ੍ਰਸ਼ਾਦਾ ਪਾਣੀ ਛਕਾਇਆ ਕਰਦਾ ਸੀ, ਜਿਹੜਾ ਕਹਿੰਦਾ ਸੀ ਕਿ ਭਾਈ ਸਾਹਿਬ ਜੀ ਜਦੋਂ ਤੁਸੀਂ ਆਓ ਪ੍ਰਸ਼ਾਦਾ ਮੇਰੇ ਘਰੇ ਹੀ ਛਕਣਾ ਹੈ, ਇਹ ਸੇਵਾ ਦਾ ਮੌਕਾ ਤੁਸੀਂ ਮੈਨੂੰ ਹੀ ਦੇਣਾ ਹੈ। ਤੇ ਇਸ ਸਾਲ ਉਹ ਪ੍ਰਸ਼ਾਦਾ ਤਾਂ ਕੀ ਛਕਾਉਣਾ, ਉੱਥੇ ਨਜ਼ਰ ਵੀ ਨਹੀਂ ਆਇਆ। ਪੁੱਛਿਆ ਭਈਆ ਉਹ ਡਾਕਟਰ ਨਹੀਂ ਆਇਆ, ਨਜ਼ਰ ਨਹੀਂ ਆਇਆ ਜੀ, ਉਹ ਕਿੱਥੇ ਹੈ? ਕਿਸੇ ਨੇ ਦੱਸਿਆ ਕਿ ਭਾਈ ਸਾਹਿਬ ਜੀ ਉਹ ਬੜਾ ਬਿਮਾਰ ਹੈ। ਯਾਦ ਰਹੇ, ਕਤਕ ਕਰਮ ਕਮਾਵਣੇ, ਜੋ ਕਰਾਂਗੇ ਉਹ ਭਰਾਂਗੇ। ਉਹ ਕਹਿੰਦਾ ਜੀ ਬੜਾ ਬਿਮਾਰ ਹੈ। ਭਾਈ ਸਾਹਿਬ ਜੀ ਪਤਾ ਲੈਣ ਗਏ ਜੀ, ਹਾਲ ਚਾਲ ਪੁੱਛਣ ਗਏ। ਜਦੋਂ ਉਹਦੇ ਘਰੇ ਪਹੁੰਚੇ
ਤੇ ਦੇਖਦਿਆਂ ਸਾਰ ਹੀ ਨਾ ਉਹ ਡਾਕਟਰ ਜਿਹੜਾ ਨਾ ਰੋਣ ਲੱਗ ਪਿਆ। ਤੇ ਗੁਰਮੁਖਾਂ ਨੇ, ਭਾਈ ਸਾਹਿਬ ਜੀ ਨੇ ਸੋਚਿਆ ਕਿ ਸ਼ਾਇਦ ਬਿਮਾਰ ਹੈ, ਅਰੋਗ ਨਹੀਂ ਹੋ ਰਿਹਾ, ਰੋਗ ਦੂਰ ਨਹੀਂ ਹੋ ਰਿਹਾ, ਤਾਂ ਕਰਕੇ ਦੁਖੀ ਹੈ ਤੇ ਰੋਣ ਲੱਗ ਪਿਆ ਸ਼ਾਇਦ। ਤੇ ਭਾਈ ਸਾਹਿਬ ਜੀ ਉਹਨੂੰ ਹੌਸਲਾ ਦਿੰਦੇ ਨੇ, ਕਹਿੰਦੇ ਰੋ ਨਾ, ਕੋਈ ਨਹੀਂ, ਮਾਲਕ ਦੇ ਅੱਗੇ ਅਰਦਾਸ ਕਰਾਂਗੇ, ਗੁਰੂ ਕਿਰਪਾ ਕਰੇਗਾ, ਤੰਦਰੁਸਤੀ ਮਿਲ ਜਾਏਗੀ, ਰੋਗ ਖਤਮ ਹੋ ਜਾਏਗਾ। ਰੋਗ ਦਾ ਕੀ ਆ, ਦਵਾਈ ਖਾਵਾਂਗੇ ਤੇ ਮਹਾਰਾਜ ਦੀ ਰਹਿਮਤ ਹੋ ਜਾਏ ਤੇ ਤੰਦਰੁਸਤੀ ਮਿਲ ਜਾਏਗੀ। ਉਹਨੇ ਹੱਥ ਜੋੜੇ, ਕਹਿੰਦੇ ਬਾਬਾ ਜੀ ਮੈਂ ਇਸ ਕਰਕੇ ਨਹੀਂ ਰੋ ਰਿਹਾ ਕਿ ਮੈਂ ਬਿਮਾਰ ਹਾਂ, ਮੈਂ ਇਸ ਕਰਕੇ ਨਹੀਂ ਰੋ ਰਿਹਾ ਕਿ ਮੇਰਾ ਰੋਗ ਦੂਰ ਨਹੀਂ ਹੋ ਰਿਹਾ, ਮੈਂ ਤੰਦਰੁਸਤ ਨਹੀਂ ਹੋ ਰਿਹਾ, ਇਹ ਮੇਰੇ ਰੋਣ ਦਾ ਰੀਜ਼ਨ ਨਹੀਂ ਹੈ। ਤੇ ਫਿਰ ਰੀਜ਼ਨ ਕੀ ਹੈ? ਰੀਜ਼ਨ ਧਿਆਨ ਨਾਲ ਸੁਣਿਓ ਸਾਧ ਸੰਗਤ, ਕੀ ਕਿਹਾ? ਕਹਿੰਦਾ ਜੀ ਤੁਹਾਨੂੰ ਪਤਾ ਹੈ ਮੇਰਾ ਪੇਸ਼ਾ ਜਿਹੜਾ ਨਾ ਉਹ ਡਾਕਟਰ ਹੈ, ਆਕੂਪੇਸ਼ਨ ਕੀ ਹੈ ਮੇਰੀ, ਮੈਂ ਡਾਕਟਰ ਹਾਂ, ਤੁਹਾਨੂੰ ਪਤਾ ਹੈ। ਤੇ ਜਦੋਂ ਕੋਈ ਮਰੀਜ਼ ਮੇਰੇ ਕੋਲ ਆ ਜਾਂਦਾ ਸੀ ਨਾ, ਤੇ ਮੈਂ ਕੀ ਕਰਦਾ ਸੀ, ਹੁਣ ਮਰੀਜ਼ ਨੂੰ ਥੋੜੀ ਨਾ ਪਤਾ ਹੈ, ਜਿਹੜਾ ਵਿਚਾਰਾ ਇਲਾਜ ਕਰਾਉਣ ਵਾਸਤੇ ਗਿਆ ਉਹਨੂੰ ਕੀ ਪਤਾ ਵੀ ਕੀ ਦਵਾਈ ਦੇ ਰਿਹਾ ਹੈ, ਕਿਹੜਾ ਇੰਜੈਕਸ਼ਨ ਲੱਗ ਰਿਹਾ ਮੈਨੂੰ, ਕਹਿੰਦਾ ਉਹਨਾਂ ਨੂੰ ਕੀ ਪਤਾ, ਇੱਕ ਸ਼ੀਸ਼ੀ, ਇੱਕ ਛੋਟੀ ਜਿਹੀ ਬੋਟਲ ਦੇ ਵਿੱਚ ਕੀ ਭਰਿਆ ਪਿਆ ਉਹਨਾਂ ਨੂੰ ਥੋੜੀ ਨਾ ਪਤਾ ਹੈ, ਉਹਨਾਂ ਨੇ ਤਾਂ ਇੰਜੈਕਸ਼ਨ ਹੀ ਸਮਝਣਾ ਹੈ। ਪਰ ਅਸਲ ਦੇ ਵਿੱਚ ਨਾ ਉਹ ਛੋਟੀ ਬੋਟਲ ਜਿਹੜੀ ਇੰਜੈਕਸ਼ਨ ਵਾਲੀ ਹੁੰਦੀ ਸੀ ਨਾ, ਉਹਦੀ ਇੰਜੈਕਸ਼ਨ ਦੀ ਜਗ੍ਹਾ ਦੇ ਉੱਤੇ ਪਾਣੀ ਭਰਿਆ ਹੁੰਦਾ ਸੀ। ਉਹ ਪਾਣੀ ਦੇ ਟੀਕੇ ਇੰਜੈਕਸ਼ਨ ਭਰ ਕੇ ਮੈਂ ਇੰਜੈਕਟ ਕਰਦਾ ਰਿਹਾ। ਤੇ ਬਾਬਾ ਜੀ ਦੇਖੋ ਅੱਜ ਹਾਲਤ ਕੀ ਹੋਈ ਪਈ ਹੈ, ਜਿਹੜਾ ਪਾਣੀ ਮੈਂ ਮਰੀਜ਼ਾਂ ਦੇ ਅੰਦਰ ਇੰਜੈਕਟ ਕੀਤਾ ਹੈ ਉਹੀ ਪਾਣੀ ਮੇਰੇ ਸਰੀਰ ਦੇ ਅੰਦਰ ਭਰ ਜਾਂਦਾ ਹੈ। ਡਾਕਟਰ ਆਉਂਦਾ ਮੇਰੇ ਸਰੀਰ ਦੇ ਵਿੱਚੋਂ ਪਾਣੀ ਕੱਢਦਾ ਹੈ, ਉਹ ਸਿਰਿੰਜ ਹੁੰਦੀ ਹੈ ਨਾ ਜਿਹੜੀ ਜੀ, ਉਹਦੇ ਨਾਲ ਮੇਰੇ ਸਰੀਰ ਦੇ ਵਿੱਚੋਂ ਪਾਣੀ ਕੱਢਦਾ। ਮੈਂ ਲੋਕਾਂ ਦੇ ਅੰਦਰ ਇੰਜੈਕਟ ਕੀਤਾ ਤੇ ਅੱਜ ਡਾਕਟਰ ਮੇਰੇ ਅੰਦਰੋਂ ਕੱਢਦਾ ਪਿਆ, ਉਹੀ ਪਾਣੀ ਮੇਰੇ ਅੰਦਰ ਭਰ ਜਾਂਦਾ ਹੈ। ਕਿੱਥੇ ਭੱਜ ਲਾਂਗੇ? ਪੈਸੇ ਨੇ ਨਾਲ ਥੋੜੀ ਨਾ ਜਾਣਾ ਹੈ, ਪੈਸੇ ਨੇ ਥੋੜੀ ਨਾ ਨਾਲ ਜਾਣਾ। ਜੇ ਓਨੈਸਟ ਲਿਵਿੰਗ ਹੈ ਤੇ ਕੋਈ ਤੁਹਾਨੂੰ ਰੋਕ ਨਹੀਂ ਜੇ ਸਕਦਾ, ਤੁਹਾਡਾ ਜੀਵਨ ਆਨੰਦਮਈ ਸੁਖੀ ਹੈ। ਜੇ ਤੁਸੀਂ ਕਿਸੇ ਦਾ ਬੁਰਾ ਨਹੀਂ ਕੀਤਾ, ਆਨੰਦਮਈ ਜੀਵਨ ਬਤੀਤ ਕਰੋਗੇ। ਪਰ ਜੇ ਜੀਵਨ ਦੇ ਵਿੱਚ ਕੁਝ ਐਸੇ ਕਰਮ ਕੀਤੇ ਨੇ, ਕੁਝ ਮਾਇਆ ਦੇ ਲਈ ਜਾਂ ਹਉਮੈ ਦੇ ਵੱਸ ਹੋ ਕੇ ਜਾਂ ਕਿਸੇ ਵੀ ਤਰੀਕੇ ਦੇ ਨਾਲ, ਸਾਧ ਸੰਗਤ ਉਹਦੇ ਫਲ ਤੋਂ ਬਚਿਆ ਨਹੀਂ ਜੇ ਜਾ ਸਕਦਾ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਪਏ ਨੇ, ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਕਿਸੇ ਦੂਜੇ ਨੂੰ ਦੋਸ਼ ਨਾ ਦੇਈਂ। ਕਿਉਂ? ਕਿਉਂਕਿ ਇਹ ਤੇਰੇ ਹੀ ਕੀਤੇ ਕਰਮਾਂ ਦਾ ਫਲ ਤੈਨੂੰ ਮਿਲਦਾ ਪਿਆ ਹੈ ਤੇ ਇਹ ਮਿਲਣਾ ਹੀ ਹੈ, ਇਹ ਤੋਂ ਬਚ ਨਹੀਂ ਪਾਉਣਾ। ਭਗਤ ਨਾਮਦੇਵ ਜੀ ਕਹਿੰਦੇ ਨੇ, ਧਨਾਸਰੀ ਰਾਗ ਦਾ ਸ਼ਬਦ ਪੜ੍ਹਿਓ, ਉਹਦੇ ਵਿੱਚ ਕਹਿੰਦੇ ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ, ਦੋ ਕ੍ਰਿਤ ਸੋ ਕ੍ਰਿਤ ਥਾਰੋ ਕਰਮਰੀ। ਆ ਚੰਗੇ ਜਾਂ ਮਾੜੇ ਕਰਮਾਂ ਦਾ ਜਿਹੜਾ ਤੈਨੂੰ ਫਲ ਮਿਲਦਾ ਪਿਆ ਨਾ, ਇਹ ਤੇਰੇ ਹੀ ਕੀਤੇ ਕਰਮਾਂ ਦਾ ਫਲ ਤੈਨੂੰ ਮਿਲਦਾ ਪਿਆ, ਹੋਰ ਕਿਸੇ ਦਾ ਨਹੀਂ। ਸੋ ਕਿਸੇ ਦੂਜੇ ਦੇ ਉੱਤੇ ਦੋਸ਼ ਦੇਣ ਦੀ ਲੋੜ ਕੋਈ ਨਹੀਂ। ਜੋ ਮੈਂ ਕੀਤਾ ਹੈ ਨਾ, ਉਹਦਾ ਹੀ ਫਲ ਮੇਰੀ ਝੋਲੀ ਦੇ ਵਿੱਚ ਪਾਇਆ ਰਿਹਾ ਹੈ। ਤੇ ਇਸ ਪਾਵਨ ਬਚਨ ਦੀਆਂ ਲਾਸਟ ਪੰਕਤੀਆਂ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ, ਕਹਿੰਦੇ ਨਾਨਕ ਗੁਰੂ ਪ੍ਰਮਾਤਮਾ ਦੇ ਅੱਗੇ ਅਰਜ਼ੋਈ ਕੀਤੀ ਹੈ ਗੁਰੂ ਸਾਹਿਬ ਨੇ ਲਾਸਟ ਪੰਕਤੀਆਂ ਦੇ ਵਿੱਚ। ਉੱਥੇ ਕੀ ਕਹਿੰਦੇ ਨੇ? ਕਹਿੰਦੇ ਨਾਨਕ ਕਉ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ। ਹੇ ਮੇਰੇ ਮਾਲਕ ਕਿਰਪਾ ਕਰ, ਹਾਂ ਤਾਂ ਮੈਂ ਬੜਾ ਵੱਡਾ ਗੁਨਾਹਗਾਰ, ਪਰ ਮੈਨੂੰ ਰੱਖ। ਤੇ ਇੱਕ ਗੱਲ ਹੋਰ ਵੀ ਜੇ ਸਾਧ ਸੰਗਤ, ਜੇ ਬੰਦਾ ਤੌਬਾ ਕਰ ਲਏ ਨਾ, ਆਣ ਕੇ ਮੁਆਫੀ ਮੰਗ ਲਏ ਤੇ ਅੱਗੇ ਤੋਂ ਸਿੱਧੇ ਰਾਹ ਤੇ ਪੈ ਜਾਵੇ ਤੇ ਮਾਲਕ ਦੀ ਕਿਰਪਾ ਹੁੰਦੀ ਜੇ ਫਿਰ ਬਚਿਆ ਜਾ ਸਕਦਾ, ਜੇ ਨਹੀਂ ਤੇ ਬਚਾ ਕੋਈ ਨਹੀਂ ਜੇ ਹੈਗਾ। ਨਾਨਕ ਕਉ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ, ਕਤਕ ਹੋਵੈ ਸਾਧ ਸੰਗ ਬਿਨ ਸੈ ਸਭੈ ਸੋਚ। ਕਹਿੰਦੇ ਜਿਨ੍ਹਾਂ ਨੂੰ ਸਾਧ ਸੰਗਤ ਦੀ ਪ੍ਰਾਪਤੀ ਹੋ ਗਈ, ਜਿਨ੍ਹਾਂ ਨੇ ਸਾਧ ਸੰਗਤ ਵਿੱਚ ਆਣ ਕੇ ਆਪਣੇ ਮਨ ਨੂੰ ਮਾਲਕ ਦੇ ਨਾਲ ਜੋੜ ਲਿਆ, ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਜੀਵਨ ਦੇ ਵਿੱਚੋਂ ਸਭੇ ਸੋਚ, ਸੋਚ ਦਾ ਮਤਲਬ ਹੈ ਚਿੰਤਾ, ਸਾਰੀਆਂ ਚਿੰਤਾਵਾਂ ਖਤਮ ਹੋ ਗਈਆਂ, ਉਹ ਨਿਸ਼ਚਿੰਤ ਹੋ ਗਏ, ਉਹ ਬਚ ਗਏ, ਉਹਨਾਂ ਦਾ ਪਾਰ ਉਤਾਰਾ ਹੋ ਗਿਆ। ਜਿਨ੍ਹਾਂ ਨੇ ਸੰਗਤ ਵਿੱਚ ਆਣ ਕੇ ਮਾਲਕ ਦੇ ਅੱਗੇ ਅਰਜ਼ੋਈ ਕਰਕੇ ਆਪਣੇ ਗੁਨਾਹਾਂ ਨੂੰ ਕਬੂਲ ਕੀਤਾ ਹੈ ਤੇ ਅੱਗੇ ਤੋਂ ਸਹੀ ਰਸਤੇ ਤੇ ਚੱਲਣ ਦਾ ਵਾਅਦਾ ਕੀਤਾ ਹੈ, ਪ੍ਰੋਮਿਸ ਕੀਤਾ, ਤੇ ਜਿਨ੍ਹਾਂ ਦਾ ਜੀਵਨ ਇਸ ਤਰ੍ਹਾਂ ਦਾ ਹੋ ਗਿਆ, ਸਤਿਗੁਰੂ ਜੀ ਕਹਿੰਦੇ ਉਹ ਬਚ ਗਏ, ਉਹਨਾਂ ਦਾ ਦੁੱਖਾਂ ਦਾ ਜਿਹੜਾ ਖਹਿੜਾ ਸੀ ਉਹ ਛੁੱਟ ਗਿਆ, ਉਹਨਾਂ ਦਾ ਜੀਵਨ ਆਨੰਦਮਈ ਬਣ ਗਿਆ। ਸਾਧ ਸੰਗਤ ਹੁਣ ਸਤਿਗੁਰਾਂ ਦੇ ਚਰਨਾਂ 'ਚ ਅਰਜ਼ੋਈ ਕਰੀਏ, ਮਾਲਕ ਕਿਰਪਾ ਕਰ, ਕਿਤੇ ਆਪ ਹੀ ਰਹਿਮਤ ਕਰਕੇ ਮਾੜੇ ਕਰਮਾਂ ਤੋਂ ਬਚਾ ਕੇ ਆਪਣੀ ਬੰਦਗੀ ਵਿੱਚ ਜੋੜ ਕੇ ਸ਼ੁਭ ਕਰਮ ਜੀਵਨ ਦੇ ਵਿੱਚ ਬਖਸ਼। ਹੋਈਆਂ ਭੁੱਲਾਂ ਦੀ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।